ਮੰਚ ਤੇ ਵਿਦਵਾਨ ਸੱਜਣੋ ਤੇ ਪਤਵੰਤੇ ਸੱਜਣੋ, ਗੁਰਮੁਖ ਪਿਆਰਿਓ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਿਦਿਆਰਥੀ ਲਈ ਬਹੁਤ ਮੁਸ਼ਕਲ ਹੁੰਦਾ ਜਦੋਂ ਅਧਿਆਪਕ ਸੁਣ ਰਿਹਾ ਹੋਵੇ ਤੇ ਵਿਦਿਆਰਥੀ ਬੋਲ ਰਿਹਾ ਹੋਵੇ। ਮੇਰੇ ਅਧਿਆਪਕ ਡਾਕਟਰ ਹਰਪਾਲ ਸਿੰਘ ਪੰਨੂ ਪ੍ਰਧਾਨਗੀ ਕਰ ਰਹੇ ਨੇ, ਜਿਨ੍ਹਾਂ ਨੇ ਉਂਗਲ ਫੜ ਕੇ ਚੱਲਣਾ ਸਿਖਾਇਆ। ਅੱਜ ਉਹਨਾਂ ਦੇ ਸਾਹਮਣੇ ਹੀ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲਿਆ। ਬੜੇ ਮਾਣ ਦੀ ਗੱਲ ਵੀ ਹੈ ਕਿ ਉਹਨਾਂ ਨੇ ਇਸ ਰਸਤੇ ਪਾਇਆ ਤੇ ਅਸੀਂ ਤੁਹਾਡੇ ਸਾਹਮਣੇ ਕੁਝ ਪੇਸ਼ ਕਰਨ ਦੇ ਯੋਗ ਹੋਏ ਹਾਂ। ਮੈਂ ਜਿੰਨਾ ਕੁ ਸਮਝਿਆ ਗੁਰਬਾਣੀ ਦੇ ਵਿੱਚੋਂ ਸਮਝਣ ਦਾ ਕੋਸ਼ਿਸ਼ ਕੀਤੀ ਹੈ, ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ, ਉਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੀ। ਮੇਰੇ ਪਰਚੇ ਦਾ ਵਿਸ਼ਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਵਿਸ਼ਵ ਭਾਈਚਾਰਾ। ਅੱਜ ਅਸੀਂ ਦੇਖਦੇ ਹਾਂ ਕਿ ਵਿਸ਼ਵੀਕਰਨ ਦੇ ਯੁੱਗ ਦੇ ਵਿੱਚ ਅਸੀਂ ਬਹੁਤ ਤਰੱਕੀ ਕਰ ਲਈ ਹੈ। ਮੈਂ ਸੁਣਿਆ ਸੀ ਪਿਛਲੇ ਜਿਹੜਾ ਸੈਸ਼ਨ ਦਾ ਪ੍ਰਧਾਨਗੀ ਭਾਸ਼ਣ ਨਹੀਂ ਸੁਣਿਆ, ਸ਼ਾਇਦ ਮੈਂ ਰੈਪੀਟੀਸ਼ਨ ਵੀ ਕਰ ਦੇਵਾਂ ਤਾਂ ਮੈਂ ਖਿਮਾ ਦੀ ਜੱਜ ਕਿਉਂਕਿ ਮੈਂ ਪਰਚੇ ਨਹੀਂ ਸੁਣੇ। ਕੱਲ ਦੇ ਜਿਹੜੇ ਪਰਚੇ ਚੱਲ ਰਹੇ ਨੇ ਕੀ ਵਿਚਾਰਾਂ ਹੋਈਆਂ ਨੇ, ਤਾਂ ਜਿੱਥੇ ਕਿਤੇ ਮੈਂ ਦੁਬਾਰਾ ਤੋਂ ਕਰ ਦੂੰਗੀ ਵਿਚਾਰ ਪੇਸ਼ ਤਾਂ ਖਿਮਾ ਦੀ ਜਾਚਕਾਂ ਜਾਂ ਤੁਸੀਂ ਦੁਬਾਰਾ ਤੋਂ ਸੁਣਿਓ ਤੇ ਸ਼ਾਇਦ ਦੂਜੀ ਵਾਰ ਮਨ ਨੂੰ ਭਾ ਜਾਣ, ਪਹਿਲੀ ਵਾਰ ਆਪਾਂ ਨੂੰ ਨਾ ਸਮਝ ਆਈ ਹੋਵੇ ਕੋਈ ਚੀਜ਼। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਾਂਝੀਵਾਲਤਾ ਦਾ ਰਾਹ ਦਿਖਾਇਆ। ਅੱਜ ਅਸੀਂ ਕਿਸ ਪਾਸੇ ਜਾ ਰਹੇ ਹਾਂ? ਸਾਰਾ ਸੰਸਾਰ ਬਾਰੂਦ ਦੇ ਢੇਰ ਤੇ ਖੜਾ ਹੈ। ਅਸੀਂ ਬਹੁਤ ਤਰੱਕੀ ਕਰ ਲਈ ਹੈ, ਪਰ ਮੈਂ ਇਹ ਵਿਸ਼ਾ ਕਿਉਂ ਚੁਣਿਆ, ਮੈਨੂੰ ਬਹੁਤ ਦੁੱਖ ਹੁੰਦਾ ਹੈ। ਪਿੱਛੇ ਜੇ ਅਸੀਂ ਛੋਟੇ ਜਾਂਦੇ ਸੀ ਬਾਗਾ ਬਾਰਡਰ ਤੇ, ਬੜੀ ਖੁਸ਼ੀ ਹੁੰਦੀ ਜਦੋਂ ਪਰੇਡ ਦੇਖਦੇ। ਪਿੱਛੇ ਜੇ ਜਾਣ ਦਾ ਮੌਕਾ ਮਿਲਿਆ ਤਾਂ ਉਹ ਦੇਖਦੇ ਆ ਕਿ ਲੱਤ ਹਿੰਦੂ ਦੀ ਉੱਪਰ ਗਈ ਕਿ ਮੁਸਲਿਮ ਦੀ ਉੱਪਰ ਗਈ। ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਕੀ ਸਾਡੇ ਗੁਰੂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਹਿੰਦੂ ਦੀ ਲੱਤ ਉੱਪਰ ਜਾ ਰਹੀ ਹੈ ਕਿ ਮੁਸਲਿਮ ਦੀ ਲੱਤ ਉੱਪਰ ਜਾ ਰਹੀ ਹੈ। ਹੂਟਿੰਗ ਦੇਖਦੇ ਮਨ ਦੁਖੀ ਹੁੰਦਾ ਹੈ ਕਿ ਜਦੋਂ ਹਿੰਦੂ ਦੀ ਲੱਤ ਉੱਪਰ ਨੂੰ ਗਈ ਹੈ ਤਾਂ ਹਿੰਦੂਆਂ ਵੱਲੋਂ ਹੂਟਿੰਗ ਹੁੰਦੀ ਹੈ ਕਿ ਅਸੀਂ ਉੱਪਰ ਆ ਗਏ ਹਾਂ। ਜਦੋਂ ਮੁਸਲਮਾਨਾਂ ਦੀ ਜਾਂਦੀ ਹੈ ਤਾਂ ਮੁਸਲਮਾਨਾਂ ਵੱਲੋਂ ਹੂਟਿੰਗ ਹੁੰਦੀ ਹੈ ਕਿ ਅਸੀਂ ਉੱਪਰ ਨੂੰ ਚੜ੍ਹ ਗਏ ਹਾਂ। ਬੜੀ ਮਨ ਨੂੰ ਨਿਰਾਸ਼ਾ ਹੋਈ, ਦਿਲ ਕੀਤਾ ਕਿ ਉੱਠ ਕੇ ਆ ਜਾਈਏ। ਪਰ ਬੱਚੇ ਨੂੰ ਪਹਿਲੀ ਵਾਰ ਲੈ ਕੇ ਗਏ ਸੀ, ਮੈਂ ਸੋਚਿਆ ਉਹਨੂੰ ਵੀ ਵੇਖਣ ਦਾ ਮੌਕਾ ਮਿਲੇ ਕਿ ਕੀ ਹੈ। ਤਾਂ ਇਸ ਬਾਰੂਦ ਦੇ ਢੇਰ ਦੇ ਉੱਪਰ ਜਿਹੜਾ ਸੰਸਾਰ ਖੜਾ ਹੈ, ਬਹੁਤ ਨੇੜੇ ਆ ਗਏ ਹਾਂ ਇੱਕ ਦੂਜੇ ਦੇ। ਅਸੀਂ ਤਰੱਕੀ ਕਰ ਲਈ ਹੈ, ਜਿੱਥੇ ਚਾਹੀਏ ਮਿੰਟਾਂ 'ਚ ਪਹੁੰਚ ਸਕਦੇ ਹਾਂ। ਪਰ ਕੀ ਹੈ ਸਾਡੇ ਹੱਥ ਵਿੱਚ? ਕੀ ਹੈ? ਇਨਸਾਨੀਅਤ ਗਵਾ ਚੁੱਕੇ ਹਾਂ ਅਸੀਂ। ਮਾਨਵਤਾ ਸਾਡੇ ਵਿੱਚ ਹੈ ਹੀ ਨਹੀਂ। ਸਾਡੇ ਗੁਰੂ ਨੇ ਸਾਨੂੰ ਕਿਰਤ ਕਰਨੀ ਸਿਖਾਈ। ਕਿਰਤ ਤਾਂ ਅਸੀਂ ਕੀ ਕਰਨੀ ਹੈ? ਸਾਨੂੰ ਤਾਂ ਇਹ ਹੁੰਦਾ ਹੈ ਕਿ ਸਾਨੂੰ ਕੋਈ ਬੰਦਾ ਗਲਾਸ ਪਾਣੀ ਦਾ ਭਰ ਕੇ ਦੇ ਦੇਵੇ। ਅਸੀਂ ਤਾਂ ਆਪਣੇ ਲਈ ਨਹੀਂ ਕੁਝ ਕਰ ਸਕਦੇ, ਅਸੀਂ ਕਿਸੇ ਨਾਲ ਵੰਡ ਕੇ ਕੀ ਛਕਾਂਗੇ? ਇਹ ਹੁੰਦਾ ਹੈ ਕਿ ਸਾਨੂੰ ਦੂਜਿਆਂ ਦਾ ਹੀ ਸ਼ੇਅਰ ਵੀ ਸਾਨੂੰ ਮਿਲ ਜਾਵੇ। ਇਸ ਨਾਲ ਕੀ ਹੈ ਕਿ ਸਮਾਜ ਦੇ ਵਿੱਚ ਤਣਾਅ, ਅਰਾਜਕਤਾ, ਅਸ਼ਾਂਤੀ ਫੈਲ ਗਈ ਹੈ। ਇਸ ਤਣਾਅ, ਅਰਾਜਕਤਾ, ਅਸ਼ਾਂਤੀ ਤੋਂ ਛੁਟਕਾਰਾ ਸਾਨੂੰ ਤਾਂ ਹੀ ਮਿਲ ਸਕਦਾ ਹੈ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਦੱਸੇ ਸਾਂਝੀਵਾਲਤਾ ਦੇ ਰਾਹ ਤੇ ਚੱਲਾਂਗੇ। ਮੈਨੂੰ ਇੱਕ ਕਵੀ ਦੀਆਂ 2 ਲਾਈਨਾਂ ਯਾਦ ਆ ਰਹੀਆਂ ਨੇ। ਇਸ ਸਮਾਜ ਦੀ ਜਿਹੜੀ ਇੱਕ ਦਸ਼ਾ ਹੈ ਉਸ ਨੂੰ ਦੇਖਦੇ ਹੋਏ, ਆ ਬਾਬਾ ਤੇਰਾ ਮੁਲਕ ਵੀਰਾਨ ਹੋ ਗਿਆ, ਆ ਬਾਬਾ ਤੇਰਾ ਮੁਲਕ ਵੀਰਾਨ ਹੋ ਗਿਆ, ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ, ਕਲਯੁਗ ਹੈ ਰਥ ਅਗਨ ਦਾ ਤੂੰ ਆਪ ਆਖਿਆ ਸੀ, ਮੁੜ ਕੂੜ ਉਸ ਰਥ ਦਾ ਰਥਵਾਨ ਹੋ ਗਿਆ। ਜਿੱਥੋਂ ਗੁਰੂ ਜੀ ਨੇ ਸਾਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਸੀ, ਅਸੀਂ ਤਾਂ ਉੱਥੋਂ ਵੀ ਪਿੱਛੇ ਚੱਲ ਪਏ ਹਾਂ। ਕਿਹੜੇ ਰਾਹ ਤੇ ਤੁਰ ਪਏ ਹਾਂ ਅਸੀਂ? ਇੱਕ ਪਿਤਾ ਲਈ ਸਭ ਬੱਚੇ ਬਰਾਬਰ ਹੁੰਦੇ ਹਨ। ਕਦੇ ਪਿਤਾ ਨਹੀਂ ਦੇਖਦਾ ਕਿ ਮੇਰਾ ਇਹ ਬੱਚਾ ਗੋਰਾ ਜੰਮ ਪਿਆ ਜਾਂ ਕਾਲਾ ਜੰਮ ਪਿਆ, ਕੋਈ ਵੱਡੀ ਪਦਵੀ ਤੇ ਹੋ ਗਿਆ ਜਾਂ ਛੋਟੀ ਪਦਵੀ ਤੇ। ਪਿਤਾ ਲਈ ਉਹ ਪੁੱਤਰ ਤਾਂ ਪੁੱਤਰ ਹੀ ਰਹੇਗਾ। ਸਾਰੇ ਬੱਚੇ ਉਸ ਪਰਮਾਤਮਾ ਦੀ, ਸਾਰੇ ਜੀ ਉਸ ਪਰਮਾਤਮਾ ਦੀ ਸਿਰਜਣਾ ਨੇ, ਤਾਂ ਫਿਰ ਫਰਕ ਕਿਵੇਂ ਹੋ ਸਕਦਾ ਹੈ? ਗੁਰੂ ਸਾਹਿਬ ਕਹਿੰਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਧਾਰਮਿਕ ਗੁਰੂ ਸਨ ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ ਪਰਮਾਤਮਾ ਦੇ ਨਾਮ ਇਸਲਾਮੀ ਭਾਵਾਂ ਵਾਲੇ ਵੀ ਵਰਤੇ ਨੇ। ਅੱਲਾ ਵੀ ਆਉਂਦਾ ਹੈ ਉੱਥੇ, ਹੈ ਨਾ। ਸਾਰੇ ਤਰ੍ਹਾਂ ਦੇ ਨਾਂ ਜਿਹੜੇ ਵਰਤੇ ਨੇ। ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਇਹੋ ਜਿਹੇ ਧਰਮ ਗ੍ਰੰਥ ਨੇ ਜਿੱਥੇ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਸਾਨੂੰ ਵੇਖਣ ਨੂੰ ਮਿਲਦੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਗੁਰੂ ਸਾਹਿਬਾਨ ਜਾਂ ਬਾਕੀ ਬਾਣੀਕਾਰਾਂ ਦੀ ਬਾਣੀ ਦੇਖਦੇ ਹਾਂ, ਸਾਨੂੰ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਵੇਖਣ ਨੂੰ ਮਿਲਦੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜੇ ਆਪਾਂ ਸਮਾਜ ਦੇਖੀਏ ਤਾਂ ਬੈਲੋਰ ਲੋਧੀ ਦਾ ਪਹਿਲਾਂ ਸ਼ਾਸਨ ਸੀ, ਉਸ ਤੋਂ ਬਾਅਦ ਸਿਕੰਦਰ ਲੋਧੀ ਹੁਕੂਮਤ ਤੇ ਬੈਠਦਾ ਹੈ। ਕਹਿੰਦੇ ਆ ਕਿ ਸਿਕੰਦਰ ਲੋਧੀ ਇੱਕ ਬਹੁਤ ਨਿਆਂ ਪਸੰਦ ਸ਼ਾਸਕ ਸੀ, ਪਰ ਉਸ ਦਾ ਜਿਹੜਾ ਇਹ ਨਿਆਂ ਸੀ ਉਹ ਸਿਰਫ ਤੇ ਸਿਰਫ ਮੁਸਲਮਾਨਾਂ ਤੱਕ ਸੀਮਤ ਸੀ। ਹਿੰਦੂਆਂ ਦੇ ਉੱਪਰ ਬਹੁਤ ਅਤਿਆਚਾਰ ਕੀਤੇ ਜਾ ਰਹੇ ਸਨ, ਹਿੰਦੂਆਂ ਦੇ ਮੰਦਰ ਢਾਏ ਜਾ ਰਹੇ ਸਨ, ਜਬਰਨ ਮੁਸਲਮਾਨ ਬਣਾਇਆ ਜਾ ਰਿਹਾ ਸੀ। ਤਾਂ ਗੁਰੂ ਸਾਹਿਬ ਕੀ ਕਹਿੰਦੇ ਨੇ? ਗੁਰੂ ਸਾਹਿਬ ਕਹਿੰਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ
ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਜਾਂ ਕਹਿੰਦੇ ਨੇ ਨਾਨਕ ਉੱਤਮ ਨੀਚ ਨਾ ਕੋਏ। ਗੁਰੂ ਸਾਹਿਬ ਨੇ ਇਹੀ ਦੱਸਿਆ ਕਿ ਤੁਸੀਂ ਨੀਵੇਂ ਹੋ ਕੇ ਹੀ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹੋ। ਅੱਜ ਅਸੀਂ ਜਿੱਥੇ ਪਹੁੰਚ ਗਏ ਹਾਂ, ਅਸੀਂ ਤਾਂ ਆਪਣੀ ਇੱਜ਼ਤ ਗਵਾ ਕੇ ਜਾ ਰਹੇ ਹਾਂ। ਗੁਰੂ ਜੀ ਤਾਂ ਕਹਿੰਦੇ ਨੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੇ ਆਪਾਂ ਤਾਂ ਪਤ ਮੈਨੂੰ ਲੱਗਦਾ ਹੈ ਹੀ ਨਹੀਂ। ਅਸੀਂ ਤਾਂ ਬਸ ਇਹ ਹੈ ਕਿ ਪੈਸਾ ਕਿਵੇਂ ਇਕੱਠਾ ਕਰਨਾ ਹੈ, ਉਸ ਦੌੜ ਦੇ ਵਿੱਚ ਲੱਗ ਪਏ ਹਾਂ। ਇਹ ਦੇਖ ਰਹੇ ਹਾਂ ਕਿ ਦੂਜੇ ਦਾ ਹੱਕ ਮਾਰ ਕੇ ਅਸੀਂ ਸਾਡੇ ਕੋਲ ਵੱਧ ਕਿਵੇਂ ਆ ਜਾਵੇ, ਉਸ ਦੌੜ ਦੇ ਵਿੱਚ ਲੱਗੇ ਹੋਏ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਹਿੰਦੂ ਕਹਿੰਦੇ ਸੀ ਕਿ ਹਰ ਇੱਕ ਹਿੰਦੂਆਂ ਦੇ ਵਿੱਚ 4 ਵਰਨ ਸੀ, ਚਾਰਾਂ ਵੱਲੋਂ ਕਿਹਾ ਜਾਂਦਾ ਸੀ ਕਿ ਦੂਜੇ ਵਰਨ ਦੇ ਵਿੱਚ ਦੂਜਾ ਬੰਦਾ ਪ੍ਰਵੇਸ਼ ਨਹੀਂ ਕਰ ਸਕਦਾ ਸੀ। ਔਰ ਮੁਸਲਿਮ ਇਹ ਕਹਿੰਦੇ ਸੀ ਕਿ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਤੇ ਈਮਾਨ ਨਹੀਂ ਲਿਆਏਗਾ ਉਹ ਦੋਜ਼ਖ ਵਿੱਚ ਜਾਏਗਾ। ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਕਿ ਧਰਮ ਇੱਕੋ ਹੈ, ਉਹ ਹੈ ਸੱਚ ਨੂੰ ਦ੍ਰਿੜ ਕਰਨਾ। ਇੱਕੋ ਧਰਮ ਦ੍ਰਿੜੇ ਸੱਚ ਕੋਈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇਸਤਰੀ ਦੀ ਜਿਹੜੀ ਦਸ਼ਾ ਹੈ ਉਸ ਨੂੰ ਆਪਾਂ ਜਾਣਦੇ ਹਾਂ ਕਿ ਇਸਤਰੀ ਤੇ ਪੁਰਖ ਦੇ ਵਿੱਚ ਕਿਵੇਂ ਭੇਦਭਾਵ ਕੀਤਾ ਜਾਂਦਾ ਸੀ। ਮੈਨੂੰ ਹੁਣੇ ਹੀ ਬੈਠੇ ਬੈਠੇ ਇੱਕ ਗੱਲ ਯਾਦ ਆ ਰਹੀ ਸੀ। ਕਹਿੰਦੇ ਨੇ ਕਿ ਹੁਣ ਵੀ ਇਹੀ ਹੈ ਕਿ ਮੈਨੂੰ ਚੰਗਾ ਲੱਗਿਆ ਕਿ ਇਸ ਸੈਮੀਨਾਰ ਦੇ ਵਿੱਚ ਇਸਤਰੀਆਂ ਨੂੰ ਦੇਖਣ ਨੂੰ ਮਿਲਿਆ। ਮਤਲਬ 2 ਅਸੀਂ ਇੱਥੇ ਬੁਲਾਰੇ ਬੈਠੇ ਹਾਂ, ਤਾਂ ਵੈਸੇ ਅੱਜ ਤੱਕ ਵੀ ਇਹੀ ਸੁਣਿਆ ਜਾਂਦਾ ਕਿ ਔਰਤ ਦੀ ਮੱਤ ਜਿਹੜੀ ਹੈ ਗਿੱਚੀ ਪਿੱਛੇ ਹੁੰਦੀ ਹੈ। ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਗਿੱਚੀ ਪਿੱਛੇ ਮੱਤ ਕਿੱਥੇ ਹੁੰਦੀ ਹੈ ਔਰਤ ਦੀ। ਕਿਉਂ ਔਰਤ ਨੂੰ ਅੱਜ ਤੱਕ ਅਸੀਂ ਨੀਵਾਂ ਸਮਝ ਰਹੇ ਹਾਂ। ਪੜ੍ਹੇ ਲਿਖੇ ਵਿਦਵਾਨਾਂ ਦੇ ਮੂੰਹਾਂ 'ਚੋਂ ਮੈਂ ਇਹੋ ਜਿਹੀਆਂ ਗੱਲਾਂ ਸੁਣੀਆਂ ਕਿ ਔਰਤ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀ। ਠੀਕ ਹੈ, ਤਾਂ ਗੁਰੂ ਸਾਹਿਬ ਦੇ ਸਮੇਂ ਤਾਂ ਆਪਾਂ ਦੇਖ ਲਏ ਹਾਂ ਕਿੰਨੀਆਂ ਔਰਤਾਂ ਨੇ। ਮਾਤਾ ਖੀਵੀ ਜੀ ਤੋਂ ਲੈ ਲਈਏ, ਪਹਿਲਾਂ ਮਾਤਾ ਬੇਬੇ ਨਾਨਕੀ ਜੀ ਤੋਂ ਲੈ ਲਈਏ, ਕਿੱਥੇ ਕਿੱਥੇ ਕਿੰਨੀਆਂ ਔਰਤਾਂ ਫਿਰ ਬਰਾਬਰ। ਗੁਰੂ ਜੀ ਨੇ ਤਾਂ ਉਹਨਾਂ ਦੇ ਆਪਾਂ ਨੂੰ ਉਦਾਹਰਨਾਂ ਦੇ ਕੇ ਦਿਖਾਇਆ। ਆਪਾਂ ਫਿਰ ਕਹਿੰਦੇ ਹਾਂ ਔਰਤ ਦੀ ਮੱਤ ਤਾਂ ਗਿੱਚੀ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਨੇ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਨ ਵਿਆਹ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ, ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਫਿਰ ਆਪਾਂ ਅੱਜ ਫਿਰ ਉਹੀ ਉਸ ਚੱਕਰ 'ਚ ਪੈ ਰਹੇ ਹਾਂ। ਪਿਛਲੇ ਹਫਤੇ ਦੀ ਇੱਕ ਖਬਰ ਹੈ, ਮੈਂ ਪੜ੍ਹ ਰਹੀ ਸੀ ਕਿ 3 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਹੋਇਆ। ਅੱਜ ਕੱਲ੍ਹ ਇਹ ਖਬਰਾਂ ਆਮ ਚੱਲ ਪਈਆਂ ਨੇ। ਪੜ੍ਹਦੇ ਹਾਂ ਤਾਂ ਅੱਖਾਂ ਦੇ ਵਿੱਚ ਅੱਥਰੂ ਆ ਜਾਂਦੇ ਨੇ। ਉਹ ਖਬਰ ਸੀ ਗੁੜਗਾਉਂ ਦੀ, ਤੇ ਮੈਂ ਜਦੋਂ ਉਹ ਖੋਲ ਕੇ ਪੜ੍ਹੀ ਤਾਂ ਉਹਦੇ ਵਿੱਚ ਸੀ 106 ਮਾਈਨਰ ਗਰਲਸ ਦੇ ਰੇਪ ਗੁੜਗਾਉਂ ਦੇ ਵਿੱਚ 1 ਸਾਲ ਦੇ ਵਿੱਚ ਹੋ ਚੁੱਕੇ ਨੇ। ਮਾਈਨਰ, ਮੇਜਰ ਏਜ ਦੀਆਂ ਤਾਂ ਲੈ ਲਓ ਤੁਸੀਂ ਕਿੰਨੇ ਵੀ ਹੋਣਗੇ, ਮਾਈਨਰ ਤੱਕ ਇਨਸਾਨੀਅਤ ਰਹਿ ਕਿੱਥੇ ਗਈ ਹੈ। ਇੱਕ ਮਾਸੂਮ ਬੱਚਾ 1 ਸਾਲ ਦਾ, 2 ਸਾਲ ਦਾ, 3 ਸਾਲ ਦਾ, ਜਿਸ ਨੂੰ ਪਤਾ ਹੀ ਨਹੀਂ ਹੈ ਕਿ ਦੁਨੀਆ ਹੈ ਕੀ ਚੀਜ਼ ਹੈ, ਉਸ ਦੇ ਨਾਲ ਕੀ ਕੁਝ ਹੋ ਰਿਹਾ ਹੈ। ਇਹ ਲੱਗਦਾ ਹੈ ਕਿ ਇਸ ਦੁਨੀਆ ਦੇ ਵਿੱਚ ਨਾ ਸਾਡੀ ਧੀ ਤੇ ਨਾ ਸਾਡਾ ਪੁੱਤਰ ਸੁਰੱਖਿਅਤ ਹੈ। ਬੜਾ ਮਤਲਬ ਦੁੱਖ ਮਹਿਸੂਸ ਹੁੰਦਾ ਹੈ। ਮੈਂ ਬੜੀ ਮਾਣ ਕਰਦੀ ਹੁੰਦੀ ਸੀ ਪਹਿਲਾਂ ਵੀ ਸਾਡਾ ਭਾਰਤ ਦੇਸ਼ ਬੜਾ ਸੁਰੱਖਿਅਤ ਹੈ। ਮੈਂ ਪਿੱਛੇ ਜੀ ਆਪਣੇ ਇੱਕ ਮਿੱਤਰ ਨਾਲ ਗੱਲ ਕਰ ਰਹੀ ਸੀ। ਮੈਂ ਕਿਹਾ ਵੀ ਮੈਨੂੰ ਹੁਣ ਦਿਲ ਕਰਦਾ ਹੈ ਕਿ ਸ਼ਾਇਦ ਇੰਡੀਆ ਨੂੰ ਛੱਡ ਕੇ ਬਾਹਰ ਸ਼ਾਇਦ ਮੇਰਾ ਬੱਚਾ ਜ਼ਿਆਦਾ ਸੇਫ ਹੋਵੇ। ਕਿ ਮੈਂ ਅੱਜ ਤੱਕ ਕਦੇ ਬਾਹਰ ਜਾਣ ਦਾ ਨਾਮ ਨਹੀਂ ਲਿਆ, ਪਰ ਇੰਡੀਆ ਦੇ ਜੋ ਹਾਲਾਤ ਹੋ ਚੁੱਕੇ ਨੇ, ਪੁੱਤਰ ਸਾਡੇ ਨਸ਼ਿਆਂ ਵੱਲ ਨੂੰ ਵੜ ਰਹੇ ਨੇ। ਕਦੇ ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾ ਦਿਖਾਇਆ ਨਸ਼ਿਆਂ ਦਾ। ਧੀਆਂ ਨਾਲ, ਸਾਡੀਆਂ ਨਾਲ ਇਹ ਨਹੀਂ ਪਤਾ ਕਿ ਧੀ ਤੁਹਾਡੀ ਬਾਹਰ ਗਲੀ ਦੇ ਵਿੱਚ ਖੇਡ ਰਹੀ ਹੈ ਤਾਂ ਉਹ ਘਰ ਵਾਪਸ ਕਿਸ ਹਾਲਤ ਦੇ ਵਿੱਚ ਆਏਗੀ। ਤੁਸੀਂ 1 ਮਿੰਟ ਬੱਚੇ ਦੀ ਆਜ਼ਾਦੀ ਨੂੰ ਖਤਮ ਕਰ ਦਿੱਤਾ ਹੈ। ਤੁਹਾਡਾ ਬੱਚਾ ਬਾਹਰ ਖੇਡਣ ਨਹੀਂ ਜਾ ਸਕਦਾ। ਕਿ ਮੇਰੇ ਗੁਰੂ ਨੇ ਮੈਨੂੰ ਇਹੀ ਸਿਖਾਇਆ ਹੈ। ਜੇਕਰ ਮੈਂ ਗੱਲ ਕਰਾਂ ਕਿ ਧਾਰਮਿਕ ਸਹਿਣਸ਼ੀਲਤਾ, ਮੇਰੇ ਗੁਰੂ ਨੇ ਸਿਖਾਇਆ ਮੈਨੂੰ ਧਾਰਮਿਕ ਸਹਿਣਸ਼ੀਲਤਾ। ਉਹੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਕਿ ਹਿੰਦੂ ਮੁਸਲਿਮ ਅੱਜ ਕੱਲ੍ਹ ਕੁਛ ਐਵੇਂ ਦੀਆਂ ਵੀਡੀਓਜ਼ ਵੀ ਆ ਰਹੀਆਂ ਹਨ। ਮੇਰੇ ਬੱਚੇ ਨੇ ਮੈਨੂੰ ਕਿਹਾ ਵੀ ਜਿੱਥੇ ਕਿਤੇ ਉਹ ਮੁਸਲਿਮ ਦਾ ਨਾਮ ਸੁਣ ਲੈਂਦਾ ਹੈ, ਕਹਿੰਦਾ ਮਾਂ ਵੀ ਇਹ ਮੁਸਲਮਾਨ ਤਾਂ ਬੜੇ ਗੰਦੇ ਹੁੰਦੇ ਨੇ। ਮੈਂ ਕਿਹਾ ਪੁੱਤਰ ਤੈਨੂੰ ਇਹ ਗੱਲ ਕਿਹਨੇ ਸਿਖਾਈ ਕਿ ਮੁਸਲਮਾਨ ਬਹੁਤ ਗੰਦੇ ਹੁੰਦੇ ਹਨ? ਠੀਕ ਹੈ, ਉਹ ਕਹਿੰਦਾ ਜੀ ਇਹ ਟੀਵੀ ਤੋਂ ਸੁਣ ਕੇ। ਮੈਂ ਕਿਹਾ ਨਹੀਂ ਪੁੱਤਰ, ਸਾਰੇ ਮੁਸਲਿਮ ਗੰਦੇ ਨਹੀਂ ਹੁੰਦੇ। ਉਹ ਕਹਿੰਦਾ ਮਾਂ ਨਾ ਆਪਾਂ ਪਾਕਿਸਤਾਨ ਨਹੀਂ ਜਾਣਾ। ਇਹ ਮੇਰੇ ਬੱਚੇ ਦੀ ਵਰਡਿੰਗ ਹੈ। ਮੈਂ ਕਿਹਾ ਪੁੱਤਰ ਕਿਉਂ ਨਹੀਂ ਜਾਣਾ, ਤੂੰ ਜਾ ਕੇ ਤਾਂ ਦੇਖ। ਮੈਂ ਵੀ ਨਹੀਂ ਗਈ, ਪਰ ਮੈਂ ਸੁਣਿਆ ਕਿ ਪਾਕਿਸਤਾਨ ਜਦੋਂ ਜਾਂਦੇ ਨੇ ਤੇ ਉੱਥੇ ਜਿਹੜਾ ਹੈਗਾ ਆਪਣੇ ਭਾਈ ਬੰਦੂ ਨੇ ਉਹ ਆਪਣਾ ਬਹੁਤ ਸਤਿਕਾਰ ਕਰਦੇ ਨੇ। ਮੈਂ ਕਿਹਾ ਤੇਰੇ ਮਨ ਦੇ ਵਿੱਚ ਇਹ ਗਲਤ ਧਾਰਨਾਵਾਂ ਆਈਆਂ ਤਾਂ ਆਈਆਂ ਕਿੱਥੋਂ? ਦੇਖੋ ਮਾਸੂਮ ਜੇ ਬੱਚੇ ਨੇ, ਮੇਰਾ ਬੱਚਾ 9 ਸਾਲ ਦਾ ਹੈ, ਪਰ ਉਹਦੇ ਮਨ ਦੇ ਵਿੱਚ ਇਹ ਵਿਚਾਰ ਨੇ ਕਿ ਮੁਸਲਿਮ ਮਾੜੇ ਨੇ ਤੇ ਸਿੱਖ ਚੰਗੇ ਨੇ। ਕਿੱਥੋਂ ਆਈਆਂ? ਇਹ ਆਪਣੀ ਸੁਸਾਇਟੀ ਤੋਂ ਆਈਆਂ। ਮੈਂ ਤਾਂ ਘਰ ਬੱਚੇ ਨੂੰ ਨਹੀਂ ਇਹ ਸਿਖਾਇਆ ਕਿ ਮੁਸਲਿਮ ਜਾਂ ਹਿੰਦੂ ਜਾਂ ਸਿੱਖ 'ਚ ਕੀ ਫਰਕ ਹੈ। ਮੈਂ ਤਾਂ ਉਹਨੂੰ ਕਹਿੰਦੀ ਹਾਂ ਬੇਟਾ ਸਭ ਤੋਂ ਪਹਿਲਾਂ ਆਪਾਂ ਇੱਕ ਰੱਬ ਦੇ ਬਣਾਏ ਹੋਏ ਇੱਕ ਇਨਸਾਨ ਆ। ਉਸ ਰੱਬ ਨੇ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਇੱਕੋ ਜਿਹਾ ਬਣਾਇਆ ਹੈ। ਫਰਕ ਕਿਵੇਂ ਆ ਗਿਆ ਆਪਣੇ ਵਿੱਚ? ਮੈਂ ਤਾਂ ਜੰਮੀ ਆ ਜਦੋਂ ਘਰ, ਤਾਂ ਮੈਨੂੰ ਇਹ ਥੋੜ੍ਹੀ ਸਿਖਾਇਆ ਗਿਆ ਕਿ ਮੈਂ ਹਿੰਦੂ ਆ ਜਾਂ ਮੁਸਲਿਮ ਆ ਜਾਂ ਸਿੱਖ ਹਾਂ। ਬੱਚੇ ਨੂੰ ਤਾਂ ਕੁਝ ਵੀ ਨਹੀਂ ਪਤਾ ਹੁੰਦਾ। ਉਹਨੂੰ ਤਾਂ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਮਾਂ ਕੌਣ ਹੈ ਤੇ ਮੇਰਾ ਪਿਓ ਕੌਣ ਹੈ। ਜਦੋਂ ਬੱਚਾ ਜੰਮਦਾ ਹੈ ਤਾਂ ਉਹ ਵੰਡੀਆਂ ਤਾਂ ਅਸੀਂ ਪਾ ਦਿੱਤੀਆਂ ਨਾ ਉਹਨਾਂ ਦੇ ਵਿੱਚ। ਗੁਰੂ ਸਾਹਿਬ ਨੇ ਕਿਹਾ ਕਿ
ਇਹ ਨਹੀਂ ਹੈ ਕਿ ਆਪਣੇ ਵਿਚਾਰ ਸੁਣਾਈ ਚੱਲਾਂ। ਮੈਂ ਜੀ ਹੁਣ ਆਪਾਂ ਤੁਹਾਨੂੰ ਵਿਚਾਰ ਸੁਣਾ ਲਏ ਤੇ ਮੈਂ ਚਲਦੀ ਬਣਾ ਜੀ, ਚਲੋ ਜੀ ਮੈਂ ਵਿਚਾਰ ਪੇਸ਼ ਕਰ ਲਏ। ਗੁਰੂ ਸਾਹਿਬ ਕਹਿੰਦੇ ਨੇ ਜਬ ਲਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ। ਤਾਂ ਆਪਾਂ ਦੂਜਿਆਂ ਦੀ ਗੱਲ ਸੁਣਨੀ ਹੈ, ਇਹ ਨਹੀਂ ਹੈ ਕਿ ਮੈਂ ਆਪਣੀ ਸੁਣਾ ਲਈ ਤੇ ਚਲੋ ਜੀ ਗੱਲ ਖਤਮ ਹੋ ਗਈ। ਗੁਰੂ ਸਾਹਿਬ ਦੇ ਟਾਈਮ ਉਹਨਾਂ ਨੇ ਅੰਤਰ ਧਰਮ ਸੰਵਾਦ ਕੀਤਾ। ਗੁਰੂ ਸਾਹਿਬ ਦੂਰ ਦੂਰ ਗਏ, ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ, ਵੱਖ-ਵੱਖ ਧਰਮਾਂ ਦੇ ਆਗੂਆਂ ਨੂੰ ਮਿਲੇ, ਉਹਨਾਂ ਦੇ ਨਾਲ ਸੰਵਾਦ ਰਚਾਇਆ। ਤਾਂ ਗੁਰੂ ਸਾਹਿਬ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਕੋਈ ਧਰਮ ਮਾੜਾ ਹੈ ਜਾਂ ਕੋਈ ਧਰਮ ਨੀਵਾਂ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਸਾਰੇ ਧਰਮ ਇੱਕੋ ਜਿਹੇ ਹਨ, ਇੱਕੋ ਪਰਮਾਤਮਾ ਨੂੰ ਮਿਲਣ ਦੇ ਰਸਤੇ ਹਨ। ਜਿਵੇਂ ਪਾਣੀ ਦੇ ਵਿੱਚੋਂ, ਜਲ ਵਿੱਚੋਂ ਬੁਲਬੁਲੇ ਉੱਠਣ ਦੀ ਗੱਲ ਆਪਾਂ ਗੁਰਬਾਣੀ ਦੇ ਵਿੱਚ ਦੇਖਦੇ ਹਾਂ। ਬੁਲਬੁਲੇ ਉੱਠਦੇ ਨੇ, ਫਿਰ ਪਾਣੀ ਦੇ ਵਿੱਚ ਸਮਾ ਜਾਂਦੇ ਹਨ। ਅਨੇਕਾਂ ਨਦੀਆਂ ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਹਨ। ਇੱਕ ਵ੍ਰਿਕਸ਼ ਹੈ, ਉਹਦੇ ਅਨੇਕਾਂ ਪੱਤੇ ਸ਼ਾਖਾਵਾਂ ਹੁੰਦੀਆਂ ਹਨ। ਇਸੇ ਤਰ੍ਹਾਂ ਹੀ ਸਾਰੇ ਧਰਮ ਉਸ ਇੱਕ ਪਰਮਾਤਮਾ ਨੂੰ ਮਿਲਣ ਦਾ ਰਸਤਾ ਹਨ। ਅਸੀਂ ਉਸ ਪਰਮਾਤਮਾ ਨੂੰ ਮਿਲਣਾ, ਅਸੀਂ ਤਾਂ ਇੱਥੇ ਹੀ ਵੰਡੀਆਂ ਪਾਲੀਆਂ, ਮਿਲਾਂਗੇ ਕਿੱਥੇ ਜਾ ਕੇ। ਗੁਰੂ ਸਾਹਿਬ ਕਹਿੰਦੇ ਨੇ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਤੇ ਅਸੀਂ ਉਸ ਸਾਹਿਬ ਨੂੰ ਮਿਲਣਾ ਕਿਵੇਂ ਹੈ? ਉਸ ਸਾਹਿਬ ਨੂੰ ਅਸੀਂ ਮਿਲਣਾ ਹੈ ਗੁਣਾਂ ਦੀ ਸਾਂਝ ਦੇ ਨਾਲ। ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਜਦੋਂ ਅਵਗੁਣ ਛੱਡ ਦੇਵਾਂਗੇ ਤੇ ਗੁਣਾਂ ਦੀ ਸਾਂਝ ਕਰ ਲਵਾਂਗੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਦੋਂ ਸਾਡੇ ਅੰਦਰ ਮਿੱਠਤ ਆ ਜਾਏਗੀ, ਨੀਵਾਂਪਣ ਆ ਜਾਏਗਾ, ਧਰਤ ਰਾਜੂ ਤੋਲੀਏ ਨੀਵੇਂ ਸੋ ਗੌਰਾ ਹੋਏ। ਫਿਰ ਹੀ ਆਪਾਂ ਦੇਖਦੇ ਹਾਂ ਕਿ ਤੱਕੜੀ ਦਾ ਉਹੀ ਪਾਸਾ ਨੀਵਾਂ ਹੁੰਦਾ ਹੈ ਜਿਸ ਪਾਸੇ ਭਾਰ ਜ਼ਿਆਦਾ ਹੁੰਦਾ ਹੈ। ਫਲ ਕਹਿੰਦੇ ਨੇ ਕਿ ਨੀਵਿਆਂ ਰੁੱਖਾਂ ਨੂੰ ਲੱਗਦੇ ਨੇ, ਜਦੋਂ ਰੁੱਖ ਨੂੰ ਫਲ ਲੱਗਦੇ ਨੇ ਰੁੱਖ ਨੀਵਾਂ ਹੋ ਜਾਂਦਾ ਹੈ। ਪਰ ਅਸੀਂ ਤਾਂ ਆਪਣੀ ਗਰਦਨ ਐਵੇਂ ਕਰਕੇ ਚੱਲਦੇ ਹਾਂ, ਨੀਵਾਂ ਤਾਂ ਕਦੇ ਦੇਖਣਾ ਚੱਲਿਆ ਹੀ ਨਹੀਂਗਾ। ਭਾਵੇਂ ਦੀ ਠੇਡੇ ਹੀ ਖਾਈਏ, ਨਹੀਂ ਉੱਪਰ ਨੂੰ ਗਰਦਨ ਹੈ ਜੀ, ਗਰਦਨ ਨਹੀਂ ਝੁਕਣੀ ਚਾਹੀਦੀ। ਜਿਹੜੀ ਗੱਲ ਮੈਂ ਸ਼ੁਰੂ 'ਚ ਕੀਤੀ ਸੀ ਕਿ ਲੱਤ ਉੱਪਰ ਰਹਿਣੀ ਚਾਹੀਦੀ ਹੈਗੀ ਆ, ਫਿਰ ਹੀ ਸਾਡੀ ਬੱਲੇ ਬੱਲੇ ਆ, ਨਹੀਂ ਤਾਂ ਨਹੀਂ ਹੈ ਜੀ। ਗੁਰੂ ਸਾਹਿਬ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ। ਗੁਰੂ ਨੂੰ ਤਾਂ ਅਸੀਂ ਤਾਂ ਮਿਲਾਂਗੇ ਨਾ, ਤੇ ਸੇਵਾ ਕਰਾਂਗੇ ਤਾਂ ਹੀ ਸਾਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜਾ ਹੈਗਾ ਉਹ ਉੱਥੇ ਬੈਠਣ ਨੂੰ ਥਾਂ ਮਿਲਣੀ ਹੈ, ਤਾਂ ਹੀ ਉੱਥੇ ਨਿਵਾਜਿਆ ਜਾਣਾ ਹੈ। ਉਹ ਸੇਵਾ ਕੀ ਹੈ? ਸੇਵਾ ਭਾਵ ਤਾਂ ਖਤਮ ਹੀ ਹੋ ਚੁੱਕਿਆ ਹੈ। ਆਪਾਂ ਨੂੰ ਕਿਤੇ ਵੀ ਸੇਵਾ, ਜਿਹੜੇ ਹੁਣ ਮੈਂ ਦੇਖਦੀ ਹਾਂ ਇੱਥੇ ਚੰਗਾ ਲੱਗਿਆ, ਬੜੇ ਸੇਵਕ ਲੱਗੇ ਹੋਏ ਨੇ, ਵਿਚਾਰੇ ਭਾਈ ਬੰਧੂ ਸਭ ਲੱਗੇ ਹੋਏ ਨੇ ਵੀਰ, ਸੇਵਾ ਕਰਨ ਨੂੰ ਚੰਗਾ ਲੱਗਦਾ ਹੈ। ਪਰ ਕਈ ਜਗ੍ਹਾ ਦੇਖਦੇ ਹਾਂ ਕਿ ਆਪਾਂ ਪੈਸੇ ਦੇ ਦਿੱਤੇ ਜੀ, ਨਾ ਕਰਾ ਲਿਆ ਜੀ, ਭਾਈ ਇਹਨਾਂ ਨੇ, ਭਾਈ ਸਾਹਿਬ ਨੇ ਇੰਨੇ ਦੀ ਸੇਵਾ ਕਰਾਈ, ਫਿਰ ਉਹ ਸੇਵਾ ਰਹਿ ਕੀ ਗਈ ਜੀ ਜੇ ਤੁਸੀਂ ਨਾ ਹੀ ਕਰਾ ਲਿਆ ਤਾਂ ਜੀ, ਹੈ ਨਾ ਜੀ। ਸੇਵਾ ਤਾਂ ਗੁਪਤ ਸੇਵਾ ਹੈ। ਜਦੋਂ ਨਾ ਹੀ ਹੋ ਗਿਆ, ਉਹ ਮੈਡਮ ਜਿਵੇਂ ਪਹਿਲਾਂ ਗੱਲ ਕਰਕੇ ਗਏ ਨੇ ਕਿ ਪੱਖਿਆਂ ਦੇ ਨਾਂ ਹੀ ਲਿਖਾ ਦਿੱਤਾ, ਕਿ ਆਪਣੀ ਮਸ਼ਹੂਰੀ ਕਰ ਦਿੱਤੀ। ਉਹ ਸੇਵਾ ਕਰਾ ਕੇ ਤਾਂ ਅਸੀਂ ਆਪਣਾ ਨਾਂ ਲੈ ਲਿਆ। ਨਾਂ ਤਾਂ ਆਪਾਂ ਪਰਮਾਤਮਾ ਦਾ ਲੈਣਾ, ਆਪਣਾ ਨਾਂ ਥੋੜ੍ਹੀ ਲੋਕਾਂ ਨੂੰ ਦੱਸਣਾ ਵੀ ਮੈਂ ਕੌਣ ਹਾਂ, ਮੈਂ ਕੀ ਹਾਂ। ਇੱਕ ਨਿਮਾਣੀ ਜੀ, ਇੱਕ ਜੀਵ ਹਾਂ ਜਿਹੜਾ ਪਰਮਾਤਮਾ ਨੇ ਬਣਾਇਆ ਹੈ, ਪਰਮਾਤਮਾ ਨੇ ਘੱਲਿਆ ਹੈ ਜਿਸ ਕੰਮ ਲਈ। ਉਸ ਪਾਸੇ ਤਾਂ ਮੈਂ ਲੱਗੀ ਕੋਈ ਨਾ, ਮੈਂ ਤਾਂ ਹੋਰ ਪਾਸਿਆਂ ਨੂੰ ਫਿਰ ਰਹੀ ਹਾਂ। ਬਸ ਜੀ ਮਾਫ਼ ਕਰਨਾ, 2 ਮਿੰਟ ਮੈਂ ਸੰਖੇਪ ਦੇ ਵਿੱਚ ਕਰਦੀ ਹਾਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਹੈਗਾ ਸਦਾਚਾਰਕ, ਜਦੋਂ ਅਸੀਂ ਅਧਿਆਤਮਿਕਤਾ ਦੇ ਰਾਹ ਤੇ ਤੁਰਨਾ ਹੈ ਤਾਂ ਉਸ ਰਾਹ ਤੇ ਤੁਰਨ ਲਈ ਵੀ ਸਾਨੂੰ ਸਦਾਚਾਰਕ ਜਿਹੜੀ ਹੈਗੀ ਆ ਰਾਹ ਅਪਣਾਉਣਾ ਪਏਗਾ, ਗੁਣਾਂ ਨੂੰ ਅਪਣਾਉਣਾ ਪਏਗਾ, ਫਿਰ ਹੀ ਅਸੀਂ ਵਾਸਤਵਿਕਤਾ ਨੂੰ ਸਮਝ ਸਕਾਂਗੇ। ਗੁਰੂ ਸਾਹਿਬ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਠੀਕ ਹੈ, ਚੰਗੀ ਤਾਂ ਮੈਂ ਨਹੀਂ ਹੈ, ਮੈਂ ਕਿਸੇ ਨੂੰ ਬੁਰਾ ਕਿਵੇਂ ਕਹਾਂ? ਮੈਂ ਤਾਂ ਆਪ ਹੀ ਬੁਰੀ ਹਾਂ, ਸਭ ਚੰਗੇ ਨੇ। ਤਾਂ ਗੁਰੂ ਸਾਹਿਬ ਨੇ ਸਾਨੂੰ ਉਹ ਰਾਹ ਦਿਖਾਇਆ, ਤੇ ਸਿਰਫ ਰਾਹ ਹੀ ਨਹੀਂ ਦਿਖਾਇਆ, ਉਹਨਾਂ ਨੂੰ ਹਕੀਕਤ ਦੇ ਵਿੱਚ ਉਹ ਸਿਧਾਂਤਾਂ ਨੂੰ ਕਾਇਮ ਵੀ ਕਰਕੇ ਦਿਖਾਇਆ। ਆਪ ਜੀ ਨੇ ਲੰਗਰ, ਪੰਗਤ, ਸੰਗਤ ਦੀ ਪ੍ਰਥਾ ਜੋ ਤੋਰੀ ਹੈ। ਲੰਗਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਹਿਲਾਂ ਜਿਹੜੀ ਮਲਕ ਭਾਗੋ ਤੇ ਭਾਈ ਲਾਲੋ ਵਾਲੀ ਗੱਲ ਮੈਡਮ ਕਰਕੇ ਗਏ ਨੇ, ਉਹ ਪਹਿਲਾਂ ਵੀ ਹੋਈ ਹੋਏਗੀ। ਤਾਂ ਗੁਰੂ ਸਾਹਿਬ ਨੇ ਤਾਂ ਪਹਿਲੀ ਮਿਸਾਲ ਹੀ ਰੱਖ ਦਿੱਤੀ ਸੀ ਕਿ ਅਮੀਰ ਤੇ ਗਰੀਬ ਦੇ ਵਿੱਚ ਫਰਕ ਹੀ ਕੋਈ ਨਹੀਂ। ਉਹਨਾਂ ਨੇ ਤਾਂ ਭੇਦਭਾਵ ਉੱਥੇ ਹੀ ਮਿਟਾ ਦਿੱਤਾ ਸੀ। ਪਰ ਆਪਣੇ ਤਾਂ ਇੰਨੀਆਂ ਸਦੀਆਂ ਦੇ ਬਾਅਦ ਵੀ ਆਪਾਂ ਮਨਾ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ, ਪਰ ਉਹ ਭੇਦਭਾਵ ਤਾਂ ਮੈਨੂੰ ਇਹ ਲੱਗ ਰਿਹਾ ਕਿ ਪਹਿਲਾਂ ਨਾਲੋਂ ਵੀ ਆਪਣੇ ਵਿੱਚ ਬਹੁਤ ਜ਼ਿਆਦਾ ਹੈ। ਠੀਕ ਹੈ, ਗੁਰੂ ਘਰ ਜਾਂਦੇ ਹਾਂ ਆਪਾਂ, ਲੰਗਰ ਛਕ ਲੈਂਦੇ ਹਾਂ, ਉਹ ਵੀ ਜਿਹੜਾ ਮੈਨੂੰ ਕਈ ਵਾਰ ਇਹ ਮਹਿਸੂਸ ਹੁੰਦਾ ਕਿ ਆਪਾਂ ਲੰਗਰ ਤਾਂ ਛਕਦੇ ਹਾਂ, ਲੰਗਰ ਕਈ ਵਾਰ ਚੱਲ ਵੀ ਰਹੇ ਹੁੰਦੇ ਆ। ਮੈਂ ਅਕਸਰ ਗੱਲ ਵੀ ਕਰਦੀ ਹਾਂ ਕਿ ਲੰਗਰ ਆਪਾਂ ਇਹ ਹੁੰਦਾ ਕਿ ਆਪਾਂ ਕਈ ਵਾਰ ਆਪਾਂ ਲੰਗਰ ਲਾ ਲਿਆ ਜੀ, ਲੰਗਰ ਲਾ ਰਹੇ ਹਾਂ, ਆਪ ਹੀ ਛਕ ਲਿਆ, ਲਾ ਲਿਆ, ਜਿਨ੍ਹਾਂ ਲੋਕਾਂ ਨੇ ਯੋਗਦਾਨ ਪਾਇਆ ਬੈਠ ਕੇ ਉਹਨਾਂ ਨੇ ਹੀ ਛਕ ਲਿਆ। ਇਹ ਹੁੰਦਾ ਅਕਸਰ ਦੇਖਣ ਨੂੰ ਮਿਲਦਾ। ਤਾਂ ਮੈਨੂੰ ਲੱਗਦਾ ਕਿ ਉਹੀ ਪੈਸੇ ਜੇ ਤੁਸੀਂ ਕਿਸੇ ਇੱਕ ਜ਼ਰੂਰਤਮੰਦ ਨੂੰ ਦੇ ਦੇਵੋ, ਕਿਸੇ ਕੁੜੀ ਦਾ ਵਿਆਹ ਕਰਨ ਦੇ ਲਈ ਲਾ ਦੋ, ਕਿਸੇ ਹੋਰ ਜ਼ਰੂਰਤਮੰਦ ਜਿਹੜਾ ਵੀ ਕੋਈ ਗਰੀਬ ਫੈਮਿਲੀ ਤੋਂ ਹੈ ਉਸ ਨੂੰ ਦੇ ਦੋ, ਤਾਂ ਸ਼ਾਇਦ ਉਸ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਲੰਗਰ, ਸੰਗਤ ਤੇ ਪੰਗਤ ਦੀ ਪ੍ਰਥਾ ਤੋਰੀ। ਲੰਗਰ ਜਿੱਥੇ ਛੂਤ ਛਾਤ ਕੰਮ ਕੀਤੇ ਜਾਂ ਰੰਗ ਰੂਪ ਦਾ ਕੋਈ ਵਿਤਕਰਾ ਨਹੀਂ ਹੁੰਦਾ ਲੰਗਰ ਦੇ ਵਿੱਚ।
ਸਾਰਾ ਸਮਾਜ ਇੱਕੋ ਕਤਾਰ ਦੇ ਵਿੱਚ ਬੈਠ ਕੇ ਭੋਜਨ ਛਕਦਾ ਹੈ। ਗੁਰੂ ਨਾਨਕ ਸਾਹਿਬ ਨੇ ਉੱਚੀਆਂ ਜਾਤਾਂ ਵੱਲੋਂ ਨੀਵੀਆਂ ਜਾਤਾਂ ਤੇ ਕੀਤੇ ਵਿਤਕਰੇ ਅਤੇ ਜ਼ੁਲਮਾਂ ਖਿਲਾਫ ਅੰਦੋਲਨ ਆਰੰਭਿਆ ਅਤੇ ਲੰਗਰ ਦੀ ਸੰਸਥਾ ਰਾਹੀਂ ਏਕਤਾ ਸਮਾਨਤਾ ਦੀ ਬੁਨਿਆਦ ਰੱਖੀ। ਇੱਕ ਅਨੋਖੇ ਕਿਸਮ ਦਾ ਸਾਂਝਾ ਭਾਈਚਾਰਾ ਪੈਦਾ ਹੋਇਆ। ਧਰਮ ਤੇ ਮਿਲਵਰਤਨ ਦੀ ਸਾਂਝ ਵਿੱਚੋਂ ਸੰਗਤ ਨਾਮੀ ਸੰਸਥਾ ਜਨਮ ਲੈਂਦੀ ਹੈ। ਸੰਗਤ ਬਿਨਾਂ ਕਿਸੇ ਭੇਦਭਾਵ, ਊਚ ਨੀਚ, ਛੂਤ ਛਾਤ ਦੇ ਵਿਤਕਰੇ ਦੇ ਇੱਕ ਗੁਰੂ ਦੀ ਓਟ ਵਿੱਚ ਵਿਚਰ ਕੇ ਰੂਹਾਨੀ ਤੇ ਦੁਨਿਆਵੀ ਗਿਆਨ ਹਾਸਲ ਕਰਨ ਦੀ ਸੰਸਥਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜਿਹੜੀ ਹੈ ਉਹ ਮਾਨਵੀ ਕਦਰਾਂ ਕੀਮਤਾਂ ਦਾ ਜਿਹੜਾ ਮਾਨ ਸਰੋਵਰ ਹੈ, ਜੋ ਸਾਨੂੰ ਕਦਰਾਂ ਕੀਮਤਾਂ ਸਿਖਾਉਂਦੀ ਹੈ। ਜਦੋਂ ਅਸੀਂ ਇੱਕ ਵੀ ਗੱਲ ਸੀ, ਚਲੋ ਇਹੀ ਮੈਂ ਕਲਾਸ ਵੀ ਵਿਦਿਆਰਥੀਆਂ ਨੂੰ ਕਹਿਣੀ ਹੁੰਦੀ ਆ ਕਿ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਗੁਰੂ ਸਾਹਿਬ ਨੇ ਆਪਾਂ ਨੂੰ ਇੰਨੇ ਕਹੇ ਗੁਣ ਇੰਨੀਆਂ ਕਰ ਲਓ। ਮੈਂ ਕਿਹਾ ਤੁਸੀਂ ਇੱਕ ਕੀਮਤ ਪੱਲੇ ਬੰਨ੍ਹ ਕੇ ਦੇਖੋ, ਗੁਰੂ ਸਾਹਿਬ ਜੀ ਸਿਖਾਈ ਹੋਈ। ਤੁਸੀਂ ਇੱਕ ਸੋਚ ਲਓ ਕਿ ਮੈਂ ਸੱਚ ਦੇ ਰਾਹ ਤੇ ਤੁਰਨਾ, ਔਰ ਤੁਹਾਡੇ ਲਈ ਸਾਰੇ ਰਸਤੇ ਖੁੱਲੇ ਹੋਣਗੇ। ਇਹ ਨਹੀਂ ਮੈਂ ਕਹਿੰਦੀ, ਕਿਉਂਕਿ ਜਦੋਂ ਤੁਹਾਡੇ ਅੰਦਰ ਇੱਕ ਗੁਣ ਆ ਗਿਆ, ਸਹਿਜੇ ਸਹਿਜੇ ਤੁਹਾਡੇ ਅੰਦਰ ਦੂਜਾ ਗੁਣ ਆ ਹੀ ਜਾਣਾ ਹੈ, ਫਿਰ ਤੀਜਾ ਗੁਣ ਆ ਹੀ ਜਾਣਾ ਹੈ ਜਦੋਂ ਤੁਸੀਂ ਉਸ ਰਸਤੇ ਦੇ ਉੱਪਰ ਚੱਲ ਪਏ। ਇਸ ਤਰ੍ਹਾਂ ਸੰਸਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਧਾਨ ਵਿੱਚ ਪਹਿਲੀ ਵਾਰ ਇੱਕ ਸਰਵ ਸਾਂਝਾ ਧਰਮ, ਇੱਕ ਸਰਵ ਸਾਂਝੀ ਪੂਜਾ ਵਿਧੀ, ਸਰਵ ਸਾਂਝੀ ਸਮਾਜਿਕ ਵਿਵਸਥਾ, ਸਰਵ ਸਾਂਝੀ ਰਸੋਈ ਅਤੇ ਸਰਵ ਪ੍ਰਵਾਨਿਤ ਆਰਥਿਕ ਵਿਵਸਥਾ ਦੇਖੀ। ਅਜੋਕੇ ਦੌਰ ਦੇ ਵਿੱਚ ਵੀ ਸਾਨੂੰ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਈ ਉਸ ਸਾਂਝੀਵਾਲਤਾ ਦੇ ਰਾਹ ਤੇ ਤੁਰਨ ਦੀ, ਕਿਰਤ ਕਰਨ ਦੀ, ਕਿਰਤ ਕਰਕੇ ਵੰਡ ਛਕਣ ਦੀ, ਨਾ ਕਿ ਦੂਜੇ ਦਾ ਸ਼ੇਅਰ ਵੀ ਆਪਣੇ ਕੋਲ ਰੱਖਣ ਦੀ। ਤਾਂ ਮੈਂ ਆਪਣਾ ਪੇਪਰ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀਆਂ ਇਹਨਾਂ ਤੁਕਾਂ ਦੇ ਨਾਲ ਖਤਮ ਕਰਕੇ ਆਪ ਤੋਂ ਭੁੱਲਾ ਚੁੱਕਾਂ, ਗਲਤੀਆਂ ਦੀ ਖਿਮਾ ਦੀ ਜਾਚਕ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁੱਖ ਨਹੀਂ ਮੀਤ। ਜਦੋਂ ਸਾਡੇ ਮਨ ਦੇ ਵਿੱਚ ਦੂਜੇ ਦਾ ਬੁਰਾ ਨਹੀਂ ਲਊਗਾ ਤਾਂ ਸਾਨੂੰ ਕੋਈ ਦੁੱਖ ਸਾਡੇ ਨੇੜੇ ਨਹੀਂ ਆਏਗਾ। ਇਸ ਦੇ ਨਾਲ ਹੀ ਕੋਈ ਵੀ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।